ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿਵੇਂ ਕੱਲ ਸਾਹਿਬ ਦਾ ਜੋ ਬਚਨ ਸੀ, ਜਿਸ ਦੀ ਆਪਾਂ ਵਿਚਾਰ ਕੀਤੀ, ਕੀਤਾ ਤਾਣ ਸੁਹਾਲਿਓ ਰੂਪ, ਕਿ ਕਿੰਨਾ ਕੁ ਉਸ ਦਾ ਬੁੱਧ ਬਲ ਹੈ, ਕਿਸ ਤਰ੍ਹਾਂ ਦਾ ਉਹਦਾ ਹੁਕਮ ਹੈ। ਉਸ ਹੁਕਮ ਨੂੰ ਜਾਣਨ ਵਾਸਤੇ ਆ ਜੋ ਸ੍ਰਿਸ਼ਟੀ ਰਚੀ ਗਈ ਹੈ, ਇਹ ਉਹਦਾ ਰੂਪ ਹੈ। ਇਸ ਰੂਪ ਦੇ ਵਿੱਚੋਂ ਹੀ ਹੁਕਮ ਨੂੰ ਬੁੱਝਿਆ ਜਾਂਦਾ ਹੈ, ਜਾਣਿਆ ਜਾਂਦਾ ਹੈ, ਸਮਝਿਆ ਜਾਂਦਾ ਹੈ। ਤੇ ਜਿਵੇਂ ਜਿਵੇਂ ਹੁਕਮ ਦੀ ਸੋਝੀ ਆਈ ਜਾਂਦੀ ਹੈ, ਤਿਵੇਂ ਤਿਵੇਂ ਜਿਹੜਾ ਆਪਣਾ ਨਿੱਜ ਸਰੂਪ ਹੈ, ਉਸ ਵਿੱਚ ਨਿਖਾਰ ਆਉਂਦਾ ਜਾਂਦਾ ਹੈ, ਪਤਾ ਲੱਗਦਾ ਰਹਿੰਦਾ ਹੈ ਆਪਣੇ ਆਪ ਦਾ। ਸੋ ਉਸ ਤੋਂ ਜਿਹੜਾ ਅਗਲਾ ਬਚਨ ਹੈ ਪਾਤਸ਼ਾਹ ਦਾ, ਜਿਸ ਦੀ ਵਿਚਾਰ ਆਪਾਂ ਅੱਜ ਕਰਾਂਗੇ। ਪਾਤਸ਼ਾਹ ਕਹਿੰਦੇ, ਕੀਤੀ ਦਾਤ ਜਾਣੈ ਕੌਣ ਕੂਤ, ਕਿ ਕਿੰਨੀ ਕੁ ਵੱਡੀ ਦਾਤ ਹੈ ਉਸ ਦੀ, ਕੋਈ ਐਸਾ ਨਹੀਂ ਜਿਸ ਨੂੰ ਨਹੀਂ ਦੇ ਰਿਹਾ। ਚਾਰੇ ਖਾਣੀਆਂ ਹਨ, ਜੀਵਾਂ ਨੂੰ ਵੀ ਦੇ ਹੀ ਰਿਹਾ, ਤੇ ਚਾਰੇ ਖਾਣੀਆਂ ਦੇ ਅੰਦਰ ਜਿੰਨੇ ਵੀ ਜੀਵ ਜੰਤ ਹਨ, ਦੋਨਾਂ ਦੀ ਪੂਰੀ ਖੁਰਾਕ ਦੇ ਰਿਹਾ। ਜੀਵ ਨੂੰ ਵੀ ਸਭ ਕੁਝ ਦੇ ਰਿਹਾ, ਜੰਤ ਨੂੰ ਵੀ ਸਭ ਕੁਝ ਦੇ ਰਿਹਾ। ਜਿੰਨੀ ਵੀ ਇਹ ਰਚਨਾ ਹੈ, ਇਹ ਸਭ ਉਹਦੀ ਦਾਤ ਹੈ। ਤੇ ਸਾਡੇ ਕੋਲ ਐਡੀ ਕੋਈ ਬੁੱਧ ਵੱਲ ਸ਼ਕਤੀ ਨਹੀਂ ਜੋ ਅਸੀਂ ਉਸ ਦੇ ਬੁੱਧ ਵੱਲ ਨੂੰ ਜਾਣ ਸਕੀਏ। ਇਹ ਵੀ ਗੱਲ ਹੈ ਕਿ ਮਨੁੱਖੀ ਬੁੱਧੀ ਦੀ ਪਕੜ ਦੇ ਅੰਦਰ ਜਿਹੜਾ ਹੁਕਮ ਹੈ, ਉਹਨੂੰ ਜਾਣ ਕੇ ਵੀ ਬੁੱਧ ਮਨੁੱਖੀ ਜਾਣ ਨਹੀਂ ਸਕਦੇ। ਜਾਣ ਵੀ ਲੈਂਦੀ ਹੈ ਤੇ ਜਾਣਿਆ ਵੀ ਨਹੀਂ ਜਾਂਦਾ, ਕਿਉਂਕਿ ਉਹ ਜਿਹੜੀ ਕਥਾ ਹੈ ਉਹ ਅਕਥ ਹੈ। ਉਹ ਕਥਣੀ ਵੀ ਪੈਂਦੀ ਹੈ, ਵਿਖਿਆਨ ਵੀ ਕਰਨਾ ਪੈਂਦਾ, ਕਥਾ ਕਰਕੇ ਵੀ ਉਹ ਅਕਥ ਹੀ ਰਹਿੰਦਾ, ਕਿਉਂਕਿ ਉਹ ਜਿਹੜਾ ਹੁਕਮ ਹੈ ਉਹ ਲਗਾਤਾਰ ਚੱਲਦਾ। ਹੁਣ ਸਾਡੇ ਕੋਲ ਲਿਮਟਿਡ ਸਮਾਂ ਮਨੁੱਖੀ ਤਨ ਦੇ ਅੰਦਰ, ਜਿੰਨਾ ਚਿਰ ਸਾਡੇ ਕੋਲ ਸਮਾਂ ਅਸੀਂ ਉਨਾ ਚਿਰ ਹੀ ਉਹਦੀ ਵਿਚਾਰ ਕਰ ਸਕਦੇ। ਪਰ ਜਦੋਂ ਅਸੀਂ ਇਸ ਤਨ ਚੋਂ, ਸਰੀਰ ਚੋਂ ਜੋਤ ਨਿਕਲ ਜਾਂਦੀ ਹੈ, ਫਿਰ ਸੰਸਾਰ ਤਾਂ ਫਿਰ ਵੀ ਚੱਲਦਾ ਰਹਿੰਦਾ, ਫਿਰ ਵੀ ਹੁਕਮ ਚੱਲਦਾ ਰਹਿੰਦਾ। ਨਵੀਂ ਨਵੀਂ ਭਾਸ਼ਾ ਪੈਦਾ ਹੁੰਦੀ ਰਹਿੰਦੀ ਹੈ। ਪਰ ਕੋਈ ਵੀ ਭਾਸ਼ਾ ਪੈਦਾ ਹੋਵੇ, ਕੋਈ ਬੋਲੀ ਬਣੇ, ਕੋਈ ਵੀ ਅੱਖਰ ਆਉਣ, ਤਾਂ ਪਰ ਜਿਹੜਾ ਸੱਚ ਹੈ ਉਹ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ। ਸੱਚ ਨਹੀਂ ਬਦਲਦਾ। ਸ਼ਬਦ ਬਦਲ ਜਾਂਦੇ ਹੈ, ਬੋਲੀ ਬਦਲ ਜਾਂਦੀ ਹੈ, ਭਾਸ਼ਾ ਬਦਲ ਜਾਂਦੀ ਹੈ, ਇਹ ਗੱਲ ਵੱਖਰੀ ਹੈ। ਪਰ ਜਿਹੜਾ ਸੱਚ ਹੈ ਉਹ ਸੱਚ ਹੀ ਰਹਿੰਦਾ ਹੈ। ਕੀਤੀ ਦਾਤ ਜਾਣੈ ਕੌਣ ਕੂਤ, ਕਿ ਜਿੰਨਾ ਵੀ ਉਹ ਸੁਗਿਆਨ ਵਾਹਿਗੁਰੂ ਦੇ ਰਿਹਾ, ਕਿੱਡੀ ਵੱਡੀ ਕੁ ਦਾਤ ਹੈ, ਉਹਦਾ ਕੋਈ ਪਾਰਾਵਾਰ ਨਹੀਂ। ਪਰ ਹੁਣ ਦੂਸਰੇ ਪਾਸੇ ਅਸੀਂ ਜਦੋਂ ਭਵ ਸਾਗਰ ਵਿੱਚ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ, ਉਹਨਾਂ ਵੱਲ ਵੇਖਿਆ ਜਾਂਦਾ, ਉਹ ਜਿਹੜੀ ਆ ਦਾਤ ਦੀ ਗਿਣਤੀ ਕਰਦੇ, ਉਹ ਹੋਰ ਗਿਣਤੀ ਕਰਦੇ। ਜਿਵੇਂ ਸਾਡੇ ਪੁੱਤਰ ਨੂੰ ਵੀ ਕਹਿੰਦੇ ਆ ਵੀ ਦਾਤ ਮਿਲ ਗਈ, ਪੁੱਤਰ ਦੀ ਦਾਤ ਮਿਲੀ। ਕੋਈ ਕਹਿੰਦਾ ਮਕਾਨ ਬਣ ਗਿਆ, ਮੈਨੂੰ ਮਕਾਨ ਦੀ ਦਾਤ ਮਿਲ ਗਈ। ਕੋਈ ਕਹਿੰਦਾ ਗੱਡੀ ਮਿਲ ਗਈ, ਗੱਡੀ ਦੀ ਦਾਤ ਹੋ ਗਈ। ਹੋਰ ਪਤਾ ਨਹੀਂ ਕੀ ਕੀ ਦਾਤਾਂ ਅਸੀਂ ਮੰਨੀ ਬੈਠੇ। ਇਹ ਸਾਡੀ ਫਿਦਰਤ ਹੈ। ਪਰ ਜਿਹੜਾ ਗੁਰਬਾਣੀ 'ਚ ਦਾਤ ਸ਼ਬਦ ਆਉਂਦਾ, ਜਿਵੇਂ ਪਾਤਸ਼ਾਹ ਕਹਿੰਦੇ ਆ, ਜੇਵਡ ਆਪ ਤੇਵਡ ਤੇਰੀ ਦਾਤ। ਹੁਣ ਜਿੱਡਾ ਵੱਡਾ ਉਹ ਆਪ ਹੈ, ਉੱਡੀ ਵੱਡੀ ਉਹਦੀ ਦਾਤ ਹੈ। ਫਿਰ ਹੁਣ ਪਰਮੇਸ਼ਰ ਦਾ ਕਿਹੜਾ ਪਾਰਾਵਾਰ ਆ, ਤੇ ਨਾ ਪਰਮੇਸ਼ਰ ਦੀ ਦਾਤ ਦਾ ਪਾਰਾਵਾਰ ਆ। ਸਾਨੂੰ ਤਾਂ ਸਿਰਫ ਆਹ ਸ੍ਰਿਸ਼ਟੀ ਦੀਂਦੀ ਹੈ, ਇਹ ਵੀ ਸਿਰਫ ਲਿਮਟਡ ਜਗ੍ਹਾ 'ਤੇ ਦੀਂਦੀ ਹੈ। ਇਹਦਾ ਵੀ ਅਸੀਂ ਤਾਂ ਮਾਇਆ ਦਾ ਵੀ ਪਾਰਾਵਾਰ ਨਹੀਂ ਪਾ ਸਕਦੇ।
ਫਿਰ ਦਾਤ ਤਾਂ ਬਹੁਤ ਵੱਡੀ ਹੋ ਗਈ। ਹੁਣ ਜਿਹੜੀਆਂ ਦਾਤਾਂ ਨੂੰ ਅਸੀਂ ਮੰਨੀ ਬੈਠੇ ਉਹ ਤਾਂ ਹੁਣ ਓਡੀਆਂ ਵੱਡੀਆਂ ਇਹ ਨਹੀਂ ਗੀਆਂ, ਸਾਡਾ ਮੁੰਡਾ ਜਾਂ ਸਾਡਾ ਮਕਾਨ ਗੱਡੀ ਪਰਮੇਸ਼ਰ ਜਿੱਡੀ ਥੋੜ੍ਹੋ ਹੈ। ਨਾਲੇ ਇਸ ਦਾਤ ਦੇ ਵਿੱਚੋਂ ਤਾਂ ਸਾਨੂੰ ਨੁਕਸਾਨ ਵੀ ਬਹੁਤ ਹੋ ਜਾਂਦੇ ਨੇ। ਸੋ ਸਾਨੂੰ ਗੁਰਬਾਣੀ ਦੇ ਸ਼ਬਦਾਂ ਨੂੰ ਕਦੇ ਵੀ ਮਾਇਆ ਵਿੱਚ ਇਸ ਤਰੀਕੇ ਨਾਲ ਨਹੀਂ ਵਰਤਣਾ ਚਾਹੀਦਾ। ਇਹ ਅਪਰਾਧ ਗਿਣਿਆ ਜਾਂਦਾ ਹੈ। ਜਿਵੇਂ ਕੋਈ ਚੰਗੇ ਬੰਦਾ ਹੋਵੇ, ਇੱਜ਼ਤਦਾਰ ਬੰਦਾ ਹੋਵੇ, ਉਹਦਾ ਕੋਈ ਨਾਂ ਲੈ ਕੇ ਕ੍ਰਾਈਮ ਕਰੇ, ਝੂਠ ਬੋਲੇ, ਗਲਤ ਕਰਮ ਕਰ ਦੇਵੇ ਤਾਂ ਉਹਨੂੰ ਸਜ਼ਾ ਜ਼ਿਆਦਾ ਮਿਲਦੀ ਹੈ। ਵੀ ਤੂੰ ਐਡੇ ਵੱਡੇ ਬੰਦੇ ਦਾ ਨਾਂ ਲਿਆ, ਉਹਦੀ ਤਾਂ ਐਡੀ ਇੱਜ਼ਤ ਹੈ, ਪਰ ਤੂੰ ਪੁੱਠਾ ਕੰਮ ਕੀਤਾ। ਇਸੇ ਤਰ੍ਹਾਂ ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਹੇ ਮੇਰੇ ਮਨਾ, ਬੜੀ ਬਰੀਕੀ ਨਾਲ ਵਿਚਾਰਨੇ ਚਾਹੀਦੇ। ਇਹਨਾਂ ਸ਼ਬਦਾਂ ਨੂੰ ਐਵੇਂ ਆਪਣੇ ਨਾਵਾਂ ਨਾਲ ਨਹੀਂ ਵਰਤ ਲੈਣਾ ਚਾਹੀਦਾ। ਇਹ ਸ਼ਬਦ ਬਹੁਤ ਹੀ ਸ੍ਰੇਸ਼ਟ ਤੇ ਸ਼ੁੱਧ ਬਚਨ ਹਨ। ਇਹਨਾਂ ਬਚਨਾਂ ਦੀ ਬਹੁਤ ਕੀਮਤ ਹੈ, ਅਮੁੱਲ ਗੁਣ ਨੇ। ਇਹ ਕੋਈ ਇਸ ਤਰੀਕੇ ਨਾਲ ਲਿਖਣ ਵਾਲੇ ਨਹੀਂ ਸੀ ਇਹ ਵੀ ਹਰੇਕ ਹੀ ਬੰਦਾ ਆਪਣੇ ਨਾਮਾਂ ਨਾਲ ਜੋੜੀ ਚੱਲੇ ਇਹਨਾਂ ਚੀਜ਼ਾਂ ਨੂੰ, ਪਰ ਸਾਡੇ ਚੱਲ ਰਿਹਾ। ਕੀਤੀ ਦਾਤ ਕਿੱਡੀ ਵੱਡੀ ਦਾਤ ਹੈ, ਉਹਦਾ ਕਿੱਡਾ ਵੱਡਾ ਉਹਦਾ ਹੁਕਮ ਹੈ, ਕਿੰਨਾ ਉਹਦਾ ਪਸਾਰ ਹੈ, ਜਾਣ ਹੈ। ਕੌਣ ਕੂਤ, ਹੁਣ ਜਿਹੜਾ ਕੂਤ ਸ਼ਬਦ ਹੈ ਇਹ ਪੰਜਾਬੀ ਦਾ ਨਹੀਂ ਹੈ, ਇਹ ਉਰਦੂ ਦਾ ਸ਼ਬਦ ਹੈ। ਕਊਅਤ, ਕਊਅਤ ਤੋਂ ਪੰਜਾਬੀ 'ਚ ਹੌਲੀ ਹੌਲੀ ਸ਼ਬਦ ਘੜਸਾ ਕੂਤ ਬਣ ਗਿਆ। ਕੂਤ ਹੁੰਦਾ ਉਹਦਾ ਸ਼ਕਤੀ, ਉਹਦਾ ਬੁੱਧ ਬਲ। ਪਾਤਸ਼ਾਹ ਕਹਿੰਦੇ ਜਿਹੜੀ ਉਹਦੀ ਦਾਤ ਹੈ, ਜਿਹੜੀ ਆ ਸ੍ਰਿਸ਼ਟੀ ਰਚੀ ਹੋਈ ਹੈ, ਉਹਦਾ ਹੁਕਮ ਰਚਿਆ ਹੋਇਆ, ਉਹਦਾ ਹੁਕਮ ਦਾ ਹੀ ਕੋਈ ਪਾਰਾਵਾਰ ਨਹੀਂ। ਤੇ ਜਿਹਦਾ ਹੁਕਮ ਹੈ ਹਾਕਮ ਦਾ, ਉਹਦਾ ਪਾਰਾਵਾਰ ਕਿੱਥੋਂ ਪਾਲੋਗੇ? ਉਹਦਾ ਪਾਰਾਵਾਰ ਨਹੀਂ ਪਾ ਸਕਦਾ। ਜਿਹਨੇ ਪਾਉਣ ਜਾਣਾ ਉਹਦਾ ਪਾਰਾਵਾਰ, ਉਹਨੇ ਤਾਂ ਆਪ ਉਹਦੇ ਵਿੱਚ ਹੀ ਸਮਾ ਜਾਣਾ, ਉਹਨੇ ਤਾਂ ਆਪ ਹੀ ਉਹਦੇ ਜਿੰਨਾ ਵਿਸ਼ਾਲ ਹੋ ਜਾਣਾ। ਫਿਰ ਉਹ ਕਿਵੇਂ ਦੱਸੂ? ਜਿਵੇਂ ਪਾਣੀ ਦੀ ਬੂੰਦ ਕਹਿੰਦੀ ਮੈਂ ਸਮੁੰਦਰ ਦਾ ਪਾਰਾਵਾਰ ਪਾ ਸਕਦੀ, ਉਹਨਾਂ ਨੇ ਚੱਕ ਕੇ ਜੀ ਜਦੋਂ ਪਾਣੀ ਦੀ ਬੂੰਦ ਸਮੁੰਦਰ 'ਚ ਸੁੱਟੀ ਤੇ ਉਹ ਤਾਂ ਆਪ ਹੀ ਸਮੁੰਦਰ ਦਾ ਰੂਪ ਬਣ ਗਈ। ਉਹ ਹੁਣ ਕਿਵੇਂ ਦੱਸੂ ਕਿਸੇ ਨੂੰ ਆ ਕੇ ਵੀ ਕਿੱਡਾ ਵੱਡਾ ਸਮੁੰਦਰ ਹੈ? ਪਰ ਪਾਣੀ ਦੀ ਬੂੰਦ ਤੋਂ ਅਨੁਮਾਨ ਲਾਇਆ ਜਾ ਸਕਦਾ ਵੀ ਜਿਹੜੇ ਤੱਤ ਪਾਣੀ 'ਚ ਸਮੁੰਦਰ ਵਾਲੇ 'ਚ ਨੇ ਉਹੀ ਬੂੰਦ 'ਚ ਵੀ ਨੇ। ਇਸੇ ਤਰ੍ਹਾਂ ਜਿਹੜੇ ਗੁਣ ਸਾਡੀ ਅੰਤਰਾਤਮਾ ਦੇ ਵਿੱਚ ਨੇ ਉਹੀ ਸੱਚਖੰਡ ਵਾਲੀਆਂ ਆਤਮਾ ਵਿੱਚ ਵੀ ਨੇ। ਬਸ ਇੰਨਾ ਹੀ ਫਰਕ ਹੈ, ਉਹ ਸਾਗਰ ਰੂਪ 'ਚ ਨੇ, ਅਸੀਂ ਕਬੂੰਦ ਰੂਪ 'ਚ। ਜਦੋਂ ਅਸੀਂ ਉਹਨਾਂ ਵਿੱਚ ਜਾ ਕੇ ਰਲ ਗਏ ਤਾਂ ਅਸੀਂ ਵੀ ਸਾਗਰ ਰੂਪ ਹੀ ਬਣ ਜਾਣਾ। ਪਰ ਇਸ ਗੱਲ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਧਾਰਮਿਕ ਲੋਕ ਨਹੀਂ ਮੰਨਦੇ, ਉਹ ਕਹਿੰਦੇ ਐਂ ਨਹੀਂ ਹੋ ਸਕਦਾ, ਅਸੀਂ ਉਹਨਾਂ ਵਰਗੇ ਕਿੱਥੋਂ ਬਣ ਜਾਵਾਂਗੇ। ਇਸੇ ਕਰਕੇ ਫਿਰ ਵਿਕਾਸ ਨਹੀਂ ਪੈਦਾ ਹੋ ਰਿਹਾ। ਸੋ ਮਨੁੱਖ ਤੋਂ ਬਿਨਾਂ ਬਾਕੀ ਜੀਵਾਂ ਲਈ ਹੁਕਮ ਦਾਤ ਹੈ, ਉਹ ਤਾਂ ਮੰਨਦੇ ਹੀ ਨੇ। ਇੱਕ ਮਨੁੱਖ ਨਹੀਂ ਮੰਨਦਾ ਹੁਕਮ ਨੂੰ ਦਾਤ। ਉਹ ਦਾਤ ਮੰਨਣ ਕਰਕੇ ਹੀ ਤਾਂ ਅੱਗੇ ਤੋਂ ਅੱਗੇ ਵੱਧਦੇ ਆਉਂਦੇ, ਜੂਨ ਬਦਲਦੀ ਰਹਿੰਦੀ ਹੈ। ਉਹੀ ਦਾਤ ਹੈ। ਮਨੁੱਖਾ ਸਰੀਰ ਤੱਕ ਲੈ ਕੇ ਆਉਣਾ ਇਹ ਸਭ ਤੋਂ ਵੱਡੀ ਦਾਤ ਹੈ। ਹੁਕਮ ਹੀ ਲੈ ਕੇ ਆਉਂਦਾ ਇੱਥੋਂ ਤੱਕ। ਮਨੁੱਖੀ ਸਰੀਰ ਵਿੱਚ ਆ ਕੇ ਸਾਡੀ ਦਾਤ ਬਦਲ ਜਾਂਦੀ ਹੈ, ਕਿਉਂਕਿ ਅਸੀਂ ਆਪਣੀ ਮਰਜ਼ੀ ਦੀ ਇੱਛਾ ਜੋ ਕਰਦੇ ਹਾਂ, ਭਾਣੇ 'ਚ ਚੱਲਦੇ ਨਹੀਂ। ਭਾਵ ਕਿ ਭਾਣਾ ਚੱਲਦਾ, ਹੁਕਮ ਚੱਲਦਾ, ਅਸੀਂ ਨਹੀਂ ਚੱਲਦੇ। ਅਸੀਂ ਕਿਵੇਂ ਨਹੀਂ ਚੱਲਦੇ? ਅਸੀਂ ਉਸ ਭਾਣੇ ਦੇ ਉੱਪਰ ਸੈਟਸਫਾਈ ਨਹੀਂ ਹੁੰਦੇ। ਸਾਡੀ ਉਸ ਭਾਣੇ ਦੇ ਨਾਲ ਹਾਂ ਨਾ ਹਾਂ ਨਹੀਂ ਰਲਦੀ। ਭਾਣਾ ਜ਼ਰੂਰ ਵਰਤਦਾ, ਅਸੀਂ ਅਣਮੰਨੇ ਮਨ ਨਾਲ ਕਹਿੰਦੇ ਨੇ ਵੀ ਚਲੋ ਜੀ ਭਾਣਾ ਹੀ ਸੀ, ਵਰਤਣਾ ਹੀ ਸੀ, ਹੁਣ ਕਿਹੜਾ ਕੀ ਕਰ ਸਕਦੇ। ਪਰ ਅਸੀਂ ਅੰਦਰੋਂ ਖੁਸ਼ ਨਹੀਂ। ਅਸੀਂ ਨਹੀਂ ਚਾਹੁੰਦੇ ਵੀ ਐਂ ਨਹੀਂ ਸੀ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ ਸੀ ਜਿਵੇਂ ਅਸੀਂ ਚਾਹੁੰਦੇ ਹਾਂ। ਬਸ ਇਹੀ ਚੀਜ਼ ਅਪਰਾਧ ਗਿਣਿਆ ਜਾਂਦਾ ਹੈ ਸੱਚਖੰਡ ਦੇ ਅੰਦਰ। ਹੋਰ ਕੋਈ ਅਪਰਾਧ ਨਹੀਂ ਹੈ। ਇਹੀ ਸਾਡਾ ਜਿਹੜਾ ਭਰਮ ਹੈ, ਉਸ ਭਰਮ ਨੂੰ ਜ਼ਿਆਦਾ ਸੰਘਣਾ ਕਰਦੀ ਹੈ, ਗਾੜਾ ਕਰ ਦਿੰਦੀ ਹੈ। ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਉਲਟਾ ਚੋਰ ਕੋਤਵਾਲ ਕੋ ਡੰਟਾ ਹੈ ਚੋਰੀ ਤੇ ਕੋਤਵਾਲ ਨੂੰ ਧਮਕਾਵੇ।
ਇਸੇ ਤਰ੍ਹਾਂ ਹੀ ਹੇ ਮੇਰੇ ਮਨ ਹੈ ਤੂੰ ਗੁਨਾਹਗਾਰ, ਖੁਦ ਗੁਨਾਹਗਾਰ ਹੈ ਤੂੰ, ਦੋਸ਼ ਹੁਕਮ ਤੇ ਦੇਈ ਜਾਵੇਂ। ਹੁਕਮ ਨੂੰ ਮੰਨਣ ਦੀ ਬਜਾਏ ਹੁਕਮ 'ਚ ਨੁਕਸ ਕੱਢੀ ਚੱਲੇ, ਸੋ ਇਹ ਗਲਤ ਹੈ। ਸੋ ਜਿੱਡਾ ਵੱਡਾ ਉਹ ਆਪ ਹੈ, ਉੱਡੀ ਵੱਡੀ ਵਿਦਾਤ ਹੈ। ਹੁਣ ਅਸੀਂ ਦੇਖਣਾ ਕਿ ਜਿਸ ਨੂੰ ਅਸੀਂ ਦਾਤਾਂ ਸਮਝਦੇ ਹਾਂ ਕਿ ਉਹ ਰੱਬ ਵਰਗੀਆਂ ਹੈਗੀਆਂ ਵੀ ਕਿ ਨਹੀਂ। ਪਰ ਹੈਰਾਨੀ ਉਦੋਂ ਹੁੰਦੀ ਹੈ ਕਿ ਜਦੋਂ ਧਾਰਮਿਕ ਲੋਕ ਆਖਦੇ ਹਨ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਰੱਬ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ, ਉਦੋਂ ਹੁਣ ਬਹੁਤ ਹੈਰਾਨੀ ਹੁੰਦੀ ਹੈ। ਪਹਿਲਾਂ ਤਾਂ ਨਹੀਂ ਸੀ ਹੁੰਦੀ, ਹੁਣ ਬਹੁਤ ਹੁੰਦੀ ਹੈ, ਔਰ ਤਕਲੀਫ ਵੀ ਹੁੰਦੀ ਹੈ ਕਿ ਤੁਸੀਂ ਤਾਂ ਧਾਰਮਿਕ ਪੁਰਸ਼ ਹੋ, ਤੁਹਾਨੂੰ ਤਾਂ ਸੋਝੀ ਹੈ ਸਾਰੀ ਵੀ ਦਾਤ ਕੀ ਹੁੰਦੀ ਹੈ। ਵੀ ਤੁਸੀਂ ਨਹੀਂ ਇਹ ਗੱਲ ਕਹਿ ਸਕਦੇ, ਸਗੋਂ ਤੁਸੀਂ ਤਾਂ ਇਹਨਾਂ ਨੂੰ ਸਮਝਾਉਣਾ ਵੀ ਭਾਈ ਇਹ ਚੀਜ਼ਾਂ ਦਾਤਾਂ ਨਹੀਂ ਹੁੰਦੀਆਂ। ਦਾਤ ਉਹਦਾ ਹੁਕਮ ਹੈ, ਉਹਦੇ ਹੁਕਮ 'ਚ ਜੋ ਕੁਝ ਵਰਤ ਰਿਹਾ ਉਹਨੂੰ ਪ੍ਰਸੰਨ ਹੋ ਕੇ ਪ੍ਰਵਾਨ ਕਰੋ। ਜੇ ਘਰ ਵਿੱਚ ਲੜਕਾ ਹੁੰਦਾ ਤਾਂ ਵੀ ਕੋਈ ਗੱਲ ਨਹੀਂ, ਜੇ ਲੜਕੀ ਹੁੰਦੀ ਹੈ ਤਾਂ ਵੀ ਕੋਈ ਗੱਲ ਨਹੀਂ, ਜੇ ਨਹੀਂ ਵੀ ਹੁੰਦਾ ਤਾਂ ਵੀ ਕੋਈ ਗੱਲ ਨਹੀਂ। ਇਹ ਵੀ ਉਹਦੀ ਰਜ਼ਾ ਹੈ, ਇਹ ਵੀ ਉਹਦਾ ਭਾਣਾ, ਖਬਰਾਂ ਕੀ ਉਹਨੂੰ ਭਾਉਂਦਾ। ਤੁਸੀਂ ਉਹਨੂੰ ਪ੍ਰਸੰਨ ਕਰਨ ਦੇ ਚੱਕਰ ਵਿੱਚ ਜੀਵਨ ਬਤੀਤ ਕਰੋ, ਨਾ ਕਿ ਖੁਦ ਆਪਣਾ ਜੀਵਨ ਸੰਸਾਰ ਨੂੰ ਵੇਖ ਕੇ ਖਰਾਬ ਕਰੋ। ਪਰ ਹੁਣ ਇਹ ਗੱਲ ਕਹਿਣੀ ਤਾਂ ਸੌਖੀ ਹੈ, ਪਰ ਜਦੋਂ ਇਹ ਖੁਦ ਆਪ ਤੇ ਪੈਂਦੀ ਹੈ ਉਦੋਂ ਮੰਨਣੀ ਬਹੁਤ ਔਖੀ ਹੈ। ਇਹ ਤਾਂ ਮੈਂ ਵੀ ਖੁਦ ਮੰਨਦਾ, ਪਰ ਜਿੰਨਾ ਚਿਰ ਹੈ ਮੇਰੇ ਮਨਾਂ ਤੂੰ ਇਹਨੂੰ ਮੰਨੇਗਾ ਨਹੀਂ ਨਾ, ਉਨਾ ਚਿਰ ਫਿਰ ਤੇਰਾ ਖਹਿੜਾ ਵੀ ਨਹੀਂ ਛੁੱਟਣਾ। ਇਹ ਵੀ ਗੱਲ ਨਾਲ ਹੈ, ਕਿਤੇ ਉਹੀ ਗੱਲ ਨਾ ਹੋ ਜਾਵੇ ਵੀ ਅਵਰ ਉਪਦੇਸਾ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸੋ ਜਾਂ ਫਿਰ ਉਹ ਜਿਹੜੇ ਧਾਰਮਿਕ ਲੋਕ ਨੇ, ਉਹ ਜਦੋਂ ਕਿਸੇ ਦੇ ਲੜਕਾ ਹੋ ਜਾਂਦਾ ਹੈ ਜਾਂ ਕੋਈ ਗੱਡੀ ਲੈ ਆਉਂਦਾ, ਫਿਰ ਉਹ ਕਹਿੰਦੇ ਆ, ਉਹ ਅਰਦਾਸ ਕਰਦੇ ਆ, ਗ੍ਰੰਥੀ ਸਿੰਘ ਵੀ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਇਹ ਗੁਰਮੁਖ ਪਰਿਵਾਰ ਹੈ, ਗੁਰਮੁਖ ਪਰਿਵਾਰ ਨੂੰ ਆਪ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਜਾਂ ਗੱਡੀ ਦੀ ਦਾਤ ਬਖਸ਼ੀ। ਉਹ ਆਪਣੀ ਲੋੜ ਦੇ ਮੁਤਾਬਕ ਉਸ ਵਿਅਕਤੀਆਂ ਨੂੰ ਵੀ ਗੁਰਮੁਖ ਬਣਾ ਦਿੰਦਾ, ਜਦ ਕਿ ਗੁਰਬਾਣੀ ਦੇ ਅੰਦਰ ਫਰਮਾਨ ਹੈ ਕਿ ਗੁਰਮੁਖ ਉਹ ਹੈ ਜਿਹਨੂੰ ਧੁਰ ਕੀ ਬਾਣੀ ਸੁਣਦੀ ਹੈ, ਜਿਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਬਿਧਾ ਦਵੈਸ਼ ਹਉਮੈ ਕੁਛ ਵੀ ਨਹੀਂ ਹੈ, ਉਹ ਗੁਰਮੁਖ ਹੈ। ਰੋਜ਼ ਅਸੀਂ ਪੜ੍ਹਦੇ ਹਾਂ ਗੁਰਬਾਣੀ 'ਚ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਕਿ ਜਿਹੜਾ ਉਸ ਹੁਕਮ 'ਚ ਸਮਾਇਆ ਹੋਇਆ ਉਹ ਗੁਰਮੁਖ ਹੈ। ਪਰ ਸਾਡੇ ਧਰਮ ਦੇ ਜਿਹੜੇ ਆਗੂ ਨੇ, ਉਹ ਇੱਕ ਸੰਸਾਰੀ ਵਿਅਕਤੀ ਨੂੰ ਗੁਰਮੁਖ ਬਣਾ ਦਿੰਦੇ ਆ, ਉਹਨੂੰ ਖੁਸ਼ ਕਰਨ ਵਾਸਤੇ। ਉਹ ਇਹ ਨਹੀਂ ਦੇਖਦੇ ਕਿ ਤੈਨੂੰ ਨੁਕਸਾਨ ਹੈ। ਕਿਸੇ ਚਪੜਾਸੀ ਨੂੰ ਆਪਣਾ ਕੰਮ ਕੱਢਣ ਵਾਸਤੇ ਰਾਜਾ ਬਣਾ ਦੇਣਾ ਤਾਂ ਇਹ ਸਿਆਣਪ ਨਹੀਂ ਹੈ। ਜਦੋਂ ਰਾਜੇ ਨੂੰ ਪਤਾ ਲੱਗੂ, ਜਿਹੜਾ ਅਸਲੀ ਰਾਜਾ, ਵੀ ਰਾਜਾ ਤਾਂ ਮੈਂ ਆ, ਵੀ ਇਹ ਚਪੜਾਸੀ ਨੂੰ ਹੀ ਰਾਜਾ ਬਣਾਈ ਬੈਠਾ। ਜੇ ਤਾਂ ਚਪੜਾਸੀ ਸਹੀ, ਉਹ ਤਾਂ ਕਹੂ ਵੀ ਭਾਈ ਮੈਂ ਨਹੀਂ ਰਾਜਾ ਹੈਗਾ, ਰਾਜਾ ਸਾਹਿਬ ਤਾਂ ਹੋਰ ਨੇ, ਤਾਂ ਠੀਕ ਹੈ। ਜੇ ਚਪੜਾਸੀ ਕਹੀ ਚੱਲੇ ਵੀ ਮੈਂ ਹੀ ਰਾਜਾ, ਜਦੋਂ ਚਾਰ ਬੰਦਿਆਂ ਨੇ ਚਪੜਾਸੀ ਨੂੰ ਜਾ ਕੇ ਰਾਜਾ ਬਣ ਕਹਿਤਾ, ਤਾਂ ਜੋ ਕਿ ਉਹ ਫੀਲਿੰਗ ਲੈਣ ਲੱਗ ਗਿਆ, ਤਾਂ ਫਿਰ ਨੁਕਸਾਨ ਉਹਦਾ ਵੀ ਬਹੁਤ ਵੱਡਾ ਹੋਊਗਾ। ਤਾਂ ਹੀ ਪਾਤਸ਼ਾਹ ਨੇ ਆਖਿਆ ਨਾ, ਪੜ੍ਹਿਆ ਹੋਵੇ ਗੁਨਾਹਗਾਰ ਓਮੀ ਸਾਧ ਨਾ ਮਾਰੇ। ਪੜ੍ਹਿਆ ਹੋਇਆ ਤਾਂ ਜ਼ਿਆਦਾ ਗੁਨਾਹਗਾਰ ਹੈ ਕਿ ਤੂੰ ਗੁਰਬਾਣੀ ਪੜ੍ਹ ਲਈ ਮਨਾ, ਤੂੰ ਪੜ੍ਹ ਕੇ ਇਹ ਤੋਂ ਉਲਟ ਨਹੀਂ ਚੱਲ ਸਕਦਾ। ਜੇ ਤੂੰ ਚੱਲੇਗਾ ਤੂੰ ਜ਼ਿਆਦਾ ਗੁਨਾਹਗਾਰ ਹੈ। ਤੂੰ ਨਹੀਂ ਇਸ ਤਰ੍ਹਾਂ ਦੀਆਂ ਬੇਨਤੀਆਂ ਅਰਦਾਸਾਂ ਕਰ ਸਕਦਾ। ਜੇ ਅਰਦਾਸ ਕਰਨੀ ਵੀ ਹੈ ਤਾਂ ਸਿਰਫ ਇੱਕੋ ਹੀ ਅਰਦਾਸ ਕਰਨੀ ਹੈ ਵੀ ਸੱਚੇ ਪਾਤਸ਼ਾਹ ਐਸ ਸਰੀਰ ਦੇ ਅੰਦਰ ਇੱਕ ਆਤਮਾ ਹੈ, ਤੁਸੀਂ ਜਾਣਦੇ ਹੋ, ਸਮਰੱਥ ਹੋ, ਸਭ ਕੁਝ ਪਤਾ ਤੁਹਾਨੂੰ। ਮੇਰੀ ਤੁਹਾਡੇ ਅੱਗੇ ਬੇਨਤੀ ਹੈ
ਕਿ ਇਸ ਨੂੰ ਨਾਮ ਦੀ ਸੋਝੀ ਬਖਸ਼, ਇਸ ਆਤਮਾ ਨੂੰ ਆਪਦੀ ਰਜਾ ਵਿੱਚ ਰੱਖ, ਇਹ ਤੇਰਾ ਭਾਣਾ ਮੰਨਣ ਦੀ ਸਿੱਖਿਆ ਪ੍ਰਾਪਤ ਕਰੇ, ਇਹ ਤੇਰੇ ਭਾਣੇ ਵਿੱਚ ਰਹਿਣ ਲਈ ਖੁਸ਼ ਰਹੇ, ਇਹ ਸਮਰੱਥਾ ਤੂੰ ਇਹਨੂੰ ਬਖਸ਼। ਇਹ ਗੱਲ ਤਾਂ ਅਸੀਂ ਕਹਿ ਸਕਦੇ ਹਾਂ। ਉਹ ਵੀ ਜੇ ਤੁਹਾਡੇ ਅੰਦਰ ਚਾਹ ਹੈ, ਨਹੀਂ ਅਗਲੇ ਨੂੰ ਖੁਦ ਕਹੋ ਭਾਈ ਤੂੰ ਆਪ ਪੇਸ਼ ਹੋ, ਜਿਵੇਂ ਤੈਨੂੰ ਠੀਕ ਲੱਗਦਾ ਤੂੰ ਕਹਿ, ਮੈਂ ਕਿਉਂ ਵਿੱਚ ਜ਼ਿੰਮੇਵਾਰੀ ਚੱਕਾਂ। ਜੇ ਤੂੰ ਮੈਨੂੰ ਵਿੱਚ ਰੱਖਣਾ ਚਾਹੁੰਦਾ ਫਿਰ ਤਾਂ ਮੈਂ ਆਹ ਗੱਲ ਆਖੂ ਵੀ ਤੇਰੀ ਮਰਜ਼ੀ ਆ ਮਾਲਕਾ, ਦੇਣਾ ਜਾਂ ਨਹੀਂ ਦੇਣਾ, ਮੇਰੇ ਵੱਲੋਂ ਕੋਈ ਦਾਵਾ ਨਹੀਂ ਹੈ। ਸੋ ਗੁਰਬਾਣੀ ਦੇ ਅੰਦਰ ਜਿਹੜਾ ਦਾਤ ਸ਼ਬਦ ਹੈ ਉਹ ਹੁਕਮ ਨੂੰ ਹੀ ਆਖਿਆ ਗਿਆ ਹੈ, ਨਾਮ ਨੂੰ ਹੀ ਆਖਿਆ ਗਿਆ। ਸੋ ਉਹਦਾ ਨਾਮ ਹੈ, ਉਹਦਾ ਹੁਕਮ ਹੈ, ਪਰਮੇਸ਼ਰ ਦਾ ਵਰਤ ਰਿਹਾ ਸਾਰੀ ਸ੍ਰਿਸ਼ਟੀ ਦੇ ਅੰਦਰ। ਨਾਮ ਤੋਂ ਬਿਨਾਂ ਜੋ ਕੁਛ ਵੀ ਹੈ ਬਾਕੀ ਉਹ ਜੰਜਾਲ ਹੈ। ਹੁਣ ਕੀ ਸੱਚ ਹੈ ਇਹ ਜਾਂ ਤਾਂ ਸਮਝੋ ਆਪਾਂ, ਤੇ ਜਾਂ ਫਿਰ ਭਾਈ ਜੀ ਜਿਹਨੇ ਸਮਝਿਆ ਉਹ ਸਮਝਾਵੇ। ਕੌਣ ਕੂਤ ਤੋਂ ਭਾਵ ਕੀ ਹੈ? ਜਿਹੜਾ ਕੂਤ ਸ਼ਬਦ ਹੈ, ਮੈਂ ਪਹਿਲਾਂ ਵੀ ਆਖਿਆ ਸੀ ਵੀ ਉਰਦੂ ਭਾਸ਼ਾ ਦਾ ਸ਼ਬਦ ਹੈ। ਇਹਦਾ ਅਰਥ ਗੁਰਬਾਣੀ ਦੇ ਵਿੱਚ ਆਉਂਦਾ ਸ਼ਕਤੀ, ਬਲ। ਕੌਣ ਜਾਣ ਸਕਦਾ? ਪਰਮੇਸ਼ਰ ਦੀ ਸ਼ਕਤੀ ਨੂੰ, ਉਹਦੇ ਹੁਕਮ ਨੂੰ ਕੋਈ ਨਹੀਂ ਜਾਣ ਸਕਦਾ, ਕਿਸੇ ਨੂੰ ਨਹੀਂ ਪਤਾ। ਉਹ ਰਾਜਾ ਹੈ, ਉਹ ਸਾਰੀ ਸ੍ਰਿਸ਼ਟੀਆਂ ਦਾ ਮਾਲਿਕ ਹੈ। ਉਹਦੀ ਜਿਹੜੀ ਰਚਨਾ ਰਚੀ ਹੋਈ ਹੈ ਇਹ ਵੀ ਅਚਰਜ ਹੈ, ਬੜੀ ਅਦਭੁਤ ਹੈ। ਉਹ ਆਪ ਹੀ ਜਾਣਦਾ ਹੈ, ਹਰ ਮਨੁੱਖੀ ਬੁੱਧੀ ਤੋਂ ਪਰੇ ਹੈ। ਅਸੀਂ ਆਪਣੇ ਆਪ ਨੂੰ ਸਵਾਰ ਲਈਏ ਇੰਨਾ ਹੀ ਚੰਗਾ ਹੈ। ਉਸ ਦੀ ਸੋਝੀ ਵੀ ਆ ਜਾਵੇਗੀ, ਜਿਵੇਂ ਪਾਤਸ਼ਾਹ ਕਹਿੰਦੇ ਆਪ ਸਵਾਰੈ ਮੈਂ ਮਿਲਿਆ ਸੁਖ ਹੋਏ। ਹੁਣ ਜਿਹੜਾ ਪਰਮੇਸ਼ਰ ਦਾ ਹੁਕਮ ਵਰਤਦਾ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਵੀ ਉਹਨੇ ਕੀ ਭਾਣਾ ਵਰਤਣਾ ਹੈ। ਫਿਰ ਇੱਕ ਸਵਾਲ ਪੈਦਾ ਹੋ ਜਾਂਦਾ ਮਨ ਦੇ ਅੰਦਰ ਵੀ ਜਿਹੜੀਆਂ ਭਵਿੱਖਬਾਣੀਆਂ ਕਰ ਦਿੰਦੇ ਵੀ ਫਿਰ ਉਹ ਕੀ ਚੀਜ਼ ਹੈ? ਵੀ ਨਾਲੇ ਗੁਰਬਾਣੀ 'ਚ ਵੀ ਲਿਖਿਆ ਵੀ ਪਰਮੇਸ਼ਰ ਦੀ ਗੱਲ ਹੈ ਜਿਹੜੀ ਉਹ ਕਿਸੇ ਨੂੰ ਨਹੀਂ ਪਤਾ ਵੀ ਉਹ ਕੀ ਕਰੇ। ਉਹ ਤਾਂ ਖਿੰਨਵੇਂ ਨੀਚ ਕੀਟ ਕੋ ਰਾਜ ਹੈ, ਉਹ ਤਾਂ ਇੱਕ ਸਕਿੰਟ ਲਾਉਂਦਾ, ਕਈ ਵਾਰ ਪਸਰਿਓ ਪਸਾਰਾ, ਕੋਈ ਪਤਾ ਨਹੀਂ ਕਾਦੋਂ ਕੁਛ ਕਰ ਦੇਵੇ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਚੜਾਵੇ। ਉਹ ਤਾਂ ਅੱਜ ਇੱਥੇ ਜਲ ਹੀ ਜਲ ਕਰ ਸਕਦਾ, ਰਾਜਸਥਾਨ ਰੇਗਿਸਤਾਨ ਦੇ ਵਿੱਚ ਪਾਣੀਓ ਪਾਣੀ ਕਰ ਸਕਦਾ, ਸਮੁੰਦਰ ਦੇ ਵਿੱਚ ਰੇਤਾ ਪੈਦਾ ਕਰ ਸਕਦਾ ਹੈ, ਕੁਛ ਵੀ ਕਰ ਸਕਦਾ, ਕੁਛ ਨਹੀਂ ਪਤਾ ਕਦੋਂ ਕੀ ਕਰ ਦੇਵੇ। ਪਰ ਫਿਰ ਇਹ ਗੱਲ ਕਿੱਥੋਂ ਆਉਂਦੀ ਹੈ ਕਿ ਜਿਹੜੇ ਭਵਿੱਖਬਾਣੀ ਕਰਦੇ ਆ ਕਿ ਫਲਾਨੇ ਸਮੇਂ 'ਚ ਆਏ ਹੋਊਗਾ, ਤੇਰੇ ਨਾਲ ਆਏ ਹੋਊਗਾ। ਔਰ ਤੁਸੀਂ ਇੱਕ ਗੱਲ ਨੋਟ ਕਰਕੇ ਦੇਖਿਓ ਕਿ ਜਿੰਨੀਆਂ ਵੀ ਭਵਿੱਖਬਾਣੀਆਂ ਕਰਨਗੇ ਜਾਂ ਕੀਤੀਆਂ ਹੋਈਆਂ ਨੇ ਜਾਂ ਅੱਗੇ ਕਰਨਗੇ ਜਾਂ ਕਰ ਰਹੇ ਨੇ, ਉਹ ਸਿਰਫ ਮਨੁੱਖ ਨਾਲ ਹੀ ਸੰਬੰਧਿਤ ਨੇ। ਉਹ ਕਿਸੇ ਜਾਨਵਰ ਨੂੰ ਨਹੀਂ ਦੀ ਭਵਿੱਖਬਾਣੀ ਨਹੀਂ ਕਰਦੇ, ਕਿਸੇ ਪਸ਼ੂ ਦੀ ਨਹੀਂ ਕਰਦੇ, ਕਿਸੇ ਪੰਛੀ ਦੀ ਨਹੀਂ ਕਰਦੇ। ਕੀ ਉਹਦੇ ਅੰਦਰ ਆਤਮਾ ਨਹੀਂ ਹੈ? ਉਹਨਾਂ ਬਾਰੇ ਕੋਈ ਭਵਿੱਖਬਾਣੀ ਨਹੀਂ ਹੈ, ਉਹਨਾਂ ਨੂੰ ਕੁਛ ਨਹੀਂ ਆਖਿਆ ਜਾਂਦਾ, ਸਿਰਫ ਇੱਕ ਮਨੁੱਖਾਂ ਨੂੰ ਭਵਿੱਖਬਾਣੀ ਕੀਤੀ ਜਾਂਦੀ ਹੈ। ਕਿਉਂਕਿ ਮਨੁੱਖ ਇੱਕ ਐਸੀ ਕੈਟਾਗਰੀ ਹੈ ਕਿ ਜਿਹੜਾ ਸਭ ਤੋਂ ਵੱਧ ਭਰਮ 'ਚ ਪੈਂਦਾ। ਕਿਉਂ ਭਰਮ 'ਚ ਪੈਂਦਾ? ਕਿਉਂਕਿ ਮਨੁੱਖ ਦੇ ਕੋਲ ਹੰਕਾਰ ਹੁੰਦਾ। ਹੰਕਾਰੀ ਬੰਦਾ ਸਦਾ ਹੀ ਭਰਮ 'ਚ ਰਹਿ ਕੇ ਖੁਸ਼ ਹੁੰਦਾ ਹੈ। ਜਿੰਨਾ ਹੰਕਾਰੀ ਹੋਊਗਾ ਉਨਾ ਹੀ ਉਹ ਭਰਮੀ ਵੀ ਜ਼ਿਆਦਾ ਹੋਊਗਾ। ਕਿੱਡੇ ਕਿੱਡੇ ਰਾਜੇ ਸੀ, ਕਿੰਨੀਆਂ ਕਿੰਨੀਆਂ ਫੌਜਾਂ ਨਾਲ ਰੱਖਦੇ ਸੀ, ਕਿੰਨੀ ਕਿੰਨੀ ਸਿਕਿਉਰਿਟੀ ਰੱਖਦੇ, ਕਾਹਦੇ ਵਾਸਤੇ? ਹੰਕਾਰ ਹੈ ਤੇ ਨਾਲ ਭਰਮ ਵੀ ਹੈ। ਦੂਸਰੇ ਪਾਸੇ ਗੁਰਮੁਖ ਨੇ, 10ਵੇਂ ਪਾਤਸ਼ਾਹ ਇਕੱਲੇ ਹੈ, ਕੋਈ ਫੌਜ ਨਹੀਂ ਹੈ, ਗਿਣਤੀ ਦੇ 4 ਸੇਵਾਦਾਰ ਨਾਲ ਰਹਿੰਦੇ। 6ਵੇਂ ਪਾਤਸ਼ਾਹ ਰਹੇ, ਹੋਰ ਬੇਅੰਤ ਗੁਰਸਿੱਖ, ਗੁਰੂ ਨਾਨਕ ਸਾਹਿਬ ਰਹੇ, ਕਬੀਰ ਸਾਹਿਬ ਜੀ ਰਹੇ, ਨਾਮਦੇਵ ਜੀ ਪਾਤਸ਼ਾਹ, ਰਵਿਦਾਸ ਜੀ ਪਾਤਸ਼ਾਹ, ਇਕੱਲੇ।
ਕਿਉਂਕਿ ਹੰਕਾਰੀ ਨਹੀਂ ਸੀ, ਨਿਰਾਕਾਰੀ ਸੀ। ਉਹਨਾਂ ਨੇ ਨਹੀਂ ਕਿਸੇ ਲੋਕਾਂ ਨੂੰ ਡਰਾਇਆ, ਉਹਨਾਂ ਨੇ ਕੋਈ ਭਵਿੱਖਬਾਣੀ ਇਸ ਤਰ੍ਹਾਂ ਨਹੀਂ ਕੀਤੀ ਹੈ। ਉਹ ਕਹਿੰਦੇ ਸੀ ਜਿਹੜਾ ਸਮਾਂ ਹੈਗਾ ਉਹਨੂੰ ਸੰਭਾਲੋ, ਵਕਤ ਵਿਚਾਰੇ ਸੋ ਬੰਦਾ ਕਹੀਏ। ਉਹ ਕਹਿੰਦੇ ਵਕਤ ਨੂੰ ਵਿਚਾਰੋ ਜਿਹੜਾ ਸਮਾਂ ਤੁਹਾਡੇ ਕੋਲ ਚੱਲਦਾ, ਅੱਗੇ ਦਾ ਤੁਹਾਨੂੰ ਕੀ ਪਤਾ ਕੀ ਹੋਣਾ ਕੀ ਨਹੀਂ ਹੋਣਾ। ਹੁਣ ਤੁਹਾਡੇ ਸਵਾਸ ਇੱਥੇ ਖਤਮ ਹੋ ਗਏ, ਸਰੀਰ ਖਤਮ ਹੈ। ਫਿਰ ਬੇਅੰਤ ਭਵਿੱਖਬਾਣੀਆਂ ਜਿਹੜੀਆਂ ਕੀਤੀਆਂ ਹੋਈਆਂ ਨੇ, ਝੂਠੀਆਂ ਵੀ ਹੁੰਦੀਆਂ ਨੇ, ਉਹਨਾਂ 'ਚੋਂ ਬਹੁਤ ਗੱਲਾਂ ਸੱਚੀਆਂ ਵੀ ਹੋ ਜਾਂਦੀਆਂ ਨੇ। ਕਿਵੇਂ ਸੱਚੀਆਂ ਹੁੰਦੀਆਂ ਨੇ, ਹੁਣ ਸਵਾਲ ਉਹ ਹੈ। ਕਿਉਂਕਿ ਜਿੰਨਿਆਂ ਨੇ ਵੀ ਭਵਿੱਖਬਾਣੀ ਕੀਤੀ ਜਾਂਦੀ ਹੈ ਉਹ ਨੇਚਰ ਨੂੰ ਦੇਖ ਕੇ ਕਰਦੇ ਆ, ਜੋ ਕੁਦਰਤ ਹੈ। ਕੁਦਰਤ ਦਾ ਇੱਕ ਰੂਲ ਹੈ, ਕੁਛ ਸਮੇਂ ਬਾਅਦ ਉਹ ਕੁਦਰਤ ਦੁਬਾਰਾ ਉਹੀ ਰੂਪ ਫੇਰ ਧਾਰਨ ਕਰਦੀ ਹੈ। ਕੁਦਰਤ ਬਦਲਦੀ ਹੈ, ਮੌਸਮ ਬਦਲਦੇ ਨੇ। ਉਹਨਾਂ ਮੌਸਮ ਬਦਲਣ ਦੇ ਨਾਲ ਜਿਹੜੇ ਵਿਅਕਤੀਆਂ ਦੀ ਸੋਚ ਉਸ ਵੇਲੇ ਉਸ ਵਾਤਾਵਰਨ ਨਾਲ ਜੁੜੀ ਹੁੰਦੀ ਹੈ, ਉਸ ਵੇਲੇ ਜਿਹੜੇ ਉਹਨਾਂ ਵਿਅਕਤੀਆਂ ਦੀ ਸੋਚ ਨਾਲ ਮਨੁੱਖਾ ਤਨ ਦੇ ਅੰਦਰ ਮਾਨਸਿਕਤਾ ਜੁੜੀ ਹੁੰਦੀ ਹੈ, ਉਸ ਸਮੇਂ 'ਚ ਆ ਕੇ ਉਹਨਾਂ ਦੀ ਵੀ ਜੁੜ ਜਾਂਦੀ ਹੈ। ਜਿਵੇਂ ਮੌਸਮ ਬਦਲਦਾ, ਆਪਾਂ ਕਹਿੰਦੇ ਹਾਂ ਵੀ ਹੁਣ ਸਿਆਲ ਆਉਣ ਵਾਲਾ ਹੈ, ਠੰਡ ਆਉਣ ਵਾਲੀ ਹੈ, ਅਸੀਂ ਉੱਧਰੋਂ ਗਰਮੀ ਹੁੰਦੀ ਹੈ। ਗਰਮੀ ਦੇ ਵਿੱਚ ਅਸੀਂ ਕੱਪੜੇ ਘੱਟ ਪਾਉਂਦੇ ਹਾਂ, ਸਿਆਲ 'ਚ ਜ਼ਿਆਦਾ ਪਾਉਂਦੇ ਹਾਂ। ਅਸੀਂ ਉਹ ਗਰਮੀ ਦਾ ਸੁਭਾਅ ਬਣਿਆ ਹੁੰਦਾ, ਅਸੀਂ ਥੋੜ੍ਹੇ ਜਿਹੇ 2-4 ਕੱਪੜੇ ਘੱਟ ਪਾ ਲੈਂਦੇ ਹਾਂ, ਉੱਧਰੋਂ ਠੰਡੀ ਹਵਾ ਆ ਜਾਂਦੀ ਹੈ, ਸਾਨੂੰ ਸਰਦੀ ਲੱਗ ਜਾਂਦੀ ਹੈ, ਜ਼ੁਕਾਮ ਸ਼ੁਰੂ ਹੋ ਜਾਂਦਾ, ਬੁਖਾਰ ਹੋ ਜਾਂਦਾ, ਵਾਇਰਸ ਕਹਿ ਦਿੰਦੇ ਅੱਜ ਦੀ ਭਾਸ਼ਾ ਦੇ ਵਿੱਚ। ਉਹ ਅਸੀਂ ਕੁਦਰਤ ਦੇ ਨੇਮ ਨਾਲ ਨਹੀਂ ਜੁੜੇ। ਜੇ ਤਾਂ ਅਸੀਂ ਕੁਦਰਤ ਦੇ ਨੇਮ ਨਾਲ ਜੁੜਦੇ ਰਹਿੰਦੇ, ਕੱਪੜੇ ਉਵੇਂ ਪਾ ਕੇ ਰੱਖੀਏ, ਸਾਰਾ ਬਚਾ ਕੇ ਰੱਖੀਏ, ਫਿਰ ਅਸੀਂ ਬਚ ਜਾਂਦੇ। ਪਰ ਜਦੋਂ ਅਸੀਂ ਮਾੜਾ ਮੋਟਾ ਵੀ ਕੁਦਰਤ ਦਾ ਛੇੜਛਾੜ ਕਰਦੇ ਹਾਂ, ਉਦੋਂ ਹੀ ਸਾਡੇ ਬਾਹਰਲੇ ਸਰੀਰ ਨੂੰ ਜ਼ਰੂਰ ਫਰਕ ਪੈਂਦਾ ਹੈ। ਕਿਉਂਕਿ ਬਾਹਰਲਾ ਸਰੀਰ ਹੀ ਕੁਦਰਤ ਦਾ, ਮਾਇਆ ਦੇ ਵਿੱਚੋਂ ਹੀ ਮਿਲਿਆ ਹੋਇਆ। ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਆਤਮਾ ਨੂੰ ਫਰਕ ਪੈਂਦਾ ਸ਼ਬਦਾਂ ਤੋਂ। ਆਤਮਾ ਦੇ ਵਿੱਚ ਬਦਲਾਅ ਆਉਂਦਾ ਹੈ ਸ਼ਬਦ ਦੇ ਨਾਲ। ਜਿਹੋ ਜਿਹੇ ਅਸੀਂ ਸ਼ਬਦ ਸੁਣਦੇ ਰਹਾਂਗੇ, ਸਾਡੀ ਆਤਮਾ 'ਤੇ ਪ੍ਰਭਾਵ ਪਊਗਾ। ਤਾਂ ਹੀ ਪਾਤਸ਼ਾਹ ਨੇ ਆਖਿਆ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ, ਵੀ ਉਹਨੂੰ ਸਤਸੰਗਤ ਮੰਨਿਓ ਜਿਹਦੇ ਵਿੱਚੋਂ ਤੁਹਾਡਾ ਏਕਾ ਕਰਾਉਣ ਦੀ ਗੱਲ ਹੋਵੇ, ਜਿੱਥੇ ਹਰ ਵੇਲੇ ਇਹੀ ਵਿਖਿਆਨ ਹੁੰਦਾ ਰਹੇ ਕਿ ਤੁਸੀਂ ਇੱਕ ਹੋਵੋ। ਇੱਕੋ ਕੌਣ ਕਰਾ ਸਕਦਾ ਏਕਾ? ਇੱਕੋ ਨਾਮ ਹੁਕਮ ਹੈ। ਪਾਤਸ਼ਾਹ ਕਹਿੰਦੇ ਨਾਮ ਹੀ ਤੁਹਾਡਾ ਏਕਾ ਕਰਾ ਸਕਦਾ। ਨਾਮ ਤੋਂ ਬਿਨਾਂ ਤੁਹਾਡਾ ਇੱਕ ਨਹੀਂ ਹੋਣਾ, ਭਾਵ ਕਿ ਸ਼ੁੱਧ ਵਿਚਾਰਾਂ ਤੋਂ ਬਿਨਾਂ ਤੁਸੀਂ ਇੱਕ ਨਹੀਂ ਹੋ ਸਕਦੇ। ਇੱਕੋ ਨਾਮ ਹੁਕਮ ਹੈ, ਕਹਿੰਦੇ ਉਹ ਹੁਕਮ ਹੀ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਨਾਨਕ ਜੀ ਦੇ ਨਾਲ ਜਿਹੜਾ ਸਤਿਗੁਰ ਸ਼ਬਦ ਆ, ਉੱਥੇ ਰਾਰੇ ਨੂੰ ਸਿਹਾਰੀ ਪਈ ਹੋਈ ਹੈ। ਨਾਨਕ ਜੀ ਕਹਿੰਦੇ ਮੈਨੂੰ ਸਤਿਗੁਰ ਦੇ ਦੁਆਰਾ ਇਹ ਗੱਲ ਬੁਝਾਰਤ ਮੇਰੇ ਹਿੱਸੇ 'ਚ ਆਈ ਹੈ, ਮੈਂ ਬੁੱਝੀ ਹੈ। ਮੇਰੇ ਆਪਣੇ ਮੂਲ ਨੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਜੇ ਤੂੰ ਏਕਾ ਕਰਨਾ ਚਾਹੁੰਦਾ ਨਾ ਮੇਰੇ ਨਾਲ, ਇੱਕ ਮਿੱਕ ਹੋਣਾ ਚਾਹੁੰਦਾ ਮੇਰੇ ਨਾਲ, ਤਾਂ ਫਿਰ ਮੇਰੇ ਹੁਕਮ ਵਿੱਚ ਚੱਲ, ਮੇਰੇ ਹੁਕਮ ਅਨੁਸਾਰ ਹੀ ਚੱਲ, ਫਿਰ ਗੱਲ ਬਣਨੀ। ਉਹ ਹੈ ਸਤਸੰਗਤ। ਆਤਮਾ ਤੇ ਪ੍ਰਾਤਮਾ ਦੀ ਇੱਕ ਸੰਧੀ ਹੋ ਜਾਣੀ। ਗੁਰ ਚੇਲੇ ਕੀ ਸੰਧ ਮਿਲਾਈ। ਬਾਹਰਲੇ ਸਰੀਰ ਦੇ ਉੱਪਰ ਫਰਕ ਪੈਂਦਾ ਮਾਇਆ ਦਾ। ਸੋ ਮਾਇਆ 'ਚੋਂ ਹੀ ਭਵਿੱਖਬਾਣੀਆਂ ਕਰਦੇ ਆ ਵੀ ਭੁਚਾਲ ਆ ਸਕਦਾ ਹੈ। ਕਈ ਬੰਦੇ ਇਹ ਵੀ ਗੱਲ ਸੁਣੇ ਆ ਵੀ ਉਹਦੇ ਮਨ ਦੀ ਗੱਲ ਦੱਸ ਦਿੰਦੇ ਵੀ ਤੇਰੇ ਨਾਲ ਆਏ ਹੋਊਗਾ। ਖਾਸ ਕਰਕੇ ਧਾਰਮਿਕ ਲੋਕ ਵੀ ਕਹਿੰਦੇ ਆ। ਇਹ ਕੀ ਹੁੰਦਾ ਹੈ ਕਿ ਜਿਹੜਾ ਧਾਰਮਿਕ ਪੁਰਸ਼ ਆਪ ਕਿਸੇ ਅਵਸਥਾ 'ਤੇ ਖੜਾ ਹੁੰਦਾ, ਉਹ ਆਪਣੀ ਅਵਸਥਾ ਦੇ ਮੁਤਾਬਕ ਦੂਜੇ ਨੂੰ ਦੇਖ ਲੈਂਦਾ ਹੈ, ਦੂਜੇ ਦੇ ਵਿਚਾਰਾਂ ਨੂੰ ਸਮਝ ਲੈਂਦਾ ਹੈ। ਉਹਦੇ ਕੋਲ ਤਾਕਤ ਹੁੰਦੀ ਹੈ, ਕਿਉਂਕਿ ਸਾਡੀ ਆਤਮਾ ਦੇ ਅੰਦਰ ਤਾਕਤ ਹੈ। ਜਿੰਨਾ ਅਸੀਂ ਮਨ ਨੂੰ ਮਾਇਆ ਤੋਂ ਰੋਕਾਂਗੇ, ਉਨਾ ਹੀ ਇਹ ਤਾਕਤਵਰ ਬਣਦਾ ਹੈ, ਉਨਾ ਹੀ ਇਹਦੇ ਵਿੱਚ ਬੁੱਧ ਬਲ। ਪਰਮੇਸ਼ਰ 'ਚ ਤਾਕਤ ਕਿਉਂ ਜ਼ਿਆਦਾ ਹੈ? ਕਿਉਂਕਿ ਮਾਇਆ ਉਹਦੇ ਅੰਡਰ 'ਚ ਹੈ, ਉਹਨੇ ਅਧੀਨ ਰੱਖੀ ਹੋਈ ਹੈ ਮਾਇਆ।
ਜਦੋਂ ਇਸ ਭਾਵ ਸਾਗਰ ਦੇ ਅੰਦਰ ਆ ਕੇ ਸਾਡੀ ਜੋਤ ਵੀ ਮਾਇਆ ਨੂੰ ਆਪਣੇ ਅੰਡਰੇਸ਼ਨ 'ਚ ਰੱਖੂਗੀ, ਜਿੰਨੀ ਮਾਇਆ ਉਹਦੇ ਅੰਡਰ 'ਚ ਰਹੂਗੀ ਉਨਾ ਹੀ ਉਸ ਆਤਮਾ ਦਾ ਬੁੱਧ ਬਲ ਵਧੂਗਾ। ਜਿੰਨਾ ਹਨੇਰੇ ਨੂੰ ਲਾਈਟ ਘੇਰੀ ਚੱਲੂਗੀ ਉਨਾ ਹੀ ਹਨੇਰਾ ਖਤਮ ਹੋਈ ਜਾਣਾ, ਲਾਈਟ ਵਧੀ ਜਾਣਾ, ਰੌਸ਼ਨੀ ਵਧੀ ਜਾਣੀ ਹੈ। ਇਸੇ ਤਰ੍ਹਾਂ ਹੀ ਜਿੰਨਾ ਸਾਡੇ ਕੋਲ ਸੁਗਿਆਨ ਵਧੀ ਜਾਣਾ, ਭਰਮ ਘਟੀ ਜਾਣਾ। ਜਦੋਂ ਸਾਡੇ ਅੰਦਰੋਂ ਭਰਮ ਖਤਮ ਹੋ ਜਾਂਦਾ, ਬਿਲਕੁਲ ਸ਼ੁੱਧ ਹੋ ਜਾਂਦੇ ਆ, ਤਾਂ ਫਿਰ ਅਸੀਂ ਦੂਜੇ ਦੀ ਆਤਮਾ ਨੂੰ ਵੀ ਵੇਖ ਸਕਦੇ। ਵੇਖਣਾ ਕੀ ਹੁੰਦਾ? ਵੇਖਣ ਦਾ ਭਾਵ ਇਹ ਨਹੀਂ ਕਿ ਅੱਖਾਂ ਨਾਲ ਦੇਖ ਸਕਦੇ ਹਾਂ, ਭਾਵ ਕਿ ਸਾਨੂੰ ਸੁਗਿਆਨ ਹੁੰਦਾ ਕਿ ਇਹਦੀ ਆਤਮਾ ਕਿੱਥੇ ਖੜੀ ਹੈ, ਕਿਉਂਕਿ ਉਹ ਬੋਲੂਗਾ ਕੁਛ ਨਾ ਕੁਛ, ਉਹਦੇ ਬੋਲੇ ਤੋਂ ਪਤਾ ਲੱਗ ਜਾਣਾ। ਉਹਦੀ ਆਤਮਾ ਨੂੰ ਵੇਖ ਕੇ ਵੀ ਇਹਦੀ ਆਤਮਾ ਇੰਨੀ ਇੱਥੇ ਕੁ ਤੱਕ ਖੜੀ ਹੈ, ਉਹਦੇ ਅਕੋਰਡਿੰਗ ਗੱਲ ਕੀਤੀ ਜਾਂਦੀ ਹੈ। ਪਰ ਨਾਲ ਉਹਨੂੰ ਸਮਝਾਇਆ ਵੀ ਜਾਂਦਾ ਹੈ ਕਿ ਜੇ ਤੂੰ ਐਂ ਕਰੇ ਤਾਂ ਐਂ ਹੋ ਸਕਦਾ ਹੈ, ਪਰ ਜੇ ਤੂੰ ਕਰੇ ਤਾਂ, ਜੇ ਤੂੰ ਕਰਨਾ ਨਹੀਂ ਫਿਰ ਨਹੀਂ ਹੋਣਾ ਕੁਛ। ਇਹ ਗੱਲ ਠੀਕ ਹੈ, ਵੇਖੀ ਜਾਂਦੀ ਹੈ ਆਤਮਾ, ਸਮਝੀ ਜਾਂਦੀ ਹੈ। ਪਾਤਸ਼ਾਹੀਆਂ ਨੇ ਵੀ ਬਥੇਰਾ ਗੁਰਬਾਣੀ 'ਚ ਵੀ ਦੱਸਿਆ ਹੀ ਹੈ। ਵੇਖ ਕੇ ਹੀ ਪੰਡਤ ਜਦੋਂ ਝੂਠ ਬੋਲਦਾ ਸੀ, ਉਹਦੇ ਬੋਲਦੇ ਨੂੰ ਦੇਖ ਕੇ ਕਿਹਾ ਵੀ ਝੂਠ ਨਾ ਬੋਲ ਪਾਂਡੇ। ਹੁਣ ਇਹ ਤਾਂ ਹੈ ਨਹੀਂ ਵੀ ਉਹ ਪੰਡਤ ਚੁੱਪ ਕਰਕੇ ਬੈਠਾ ਸੀਗਾ ਤੇ ਜਾ ਕੇ ਗੁਰੂ ਨਾਨਕ ਸਾਹਿਬ ਵੀ ਬੈਠ ਗਏ ਤੇ ਪੰਡਤ ਕੁਛ ਬੋਲੇ ਹੀ ਨਹੀਂ ਤੇ ਜਾ ਕੇ ਉਹਨੂੰ ਕਹਿੰਦਾ ਵੀ ਝੂਠ ਨਾ ਬੋਲ ਪਾਂਡੇ। ਪਰ ਉਹ ਜਦੋਂ ਝੂਠ ਬੋਲਿਆ ਉਦੋਂ ਭਵਿੱਖਬਾਣੀ ਕੀਤੀ ਹੈ ਵੀ ਤੂੰ ਝੂਠ ਬੋਲਿਆ। ਉਸ ਤੋਂ ਬਿਨਾਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਹ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਥੋੜ੍ਹਾ ਜਿਹਾ ਆਪਣਾ ਪ੍ਰਭਾਵ ਵੀ ਪਾਉਂਦੇ ਆ ਦੂਜਿਆਂ ਦੇ ਉੱਪਰ। ਉਹ ਗੱਲਾਂ ਵੀ ਥੋੜ੍ਹੀਆਂ ਭੈਦਾਇਕ ਕਰਦੇ ਨੇ ਵੀ ਇਹਨਾਂ ਦੇ ਅੰਦਰ ਡਰ ਬਣਿਆ ਰਹੇ, ਵੀ ਜੇ ਇਹਨਾਂ ਦੇ ਅੰਦਰ ਡਰ ਹੀ ਨਾ ਬਣਿਆ ਫਿਰ ਸਾਡੀ ਪੂਜਾ ਪ੍ਰਤਿਸ਼ਠਾ ਨਹੀਂ ਕਰਨੀ, ਫਿਰ ਤਾਂ ਇਹਨਾਂ ਨੇ ਸਾਨੂੰ ਉਵੇਂ ਮੰਨਣਾ ਹੀ ਨਹੀਂ ਹੈਗਾ। ਪਰ ਇੱਕੋ ਇੱਕ ਜਿਹੜਾ ਗੁਰਮੁਖ ਆ ਉਹ ਕਿਸੇ ਦੇ ਅੰਦਰ ਭੈ ਨਹੀਂ ਪਾਉਂਦਾ। ਉਹ ਗੱਲ ਸਪਸ਼ਟ ਕਹਿੰਦਾ ਹੈ, ਨੌਵੇਂ ਪਾਤਸ਼ਾਹ ਸਪਸ਼ਟ ਕਹਿੰਦੇ ਆ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ। ਉਹ ਕਹਿੰਦੇ ਨਾ ਕਿਸੇ ਨੂੰ ਭੈ ਦੇਣਾ, ਨਾ ਕਿਸੇ ਦਾ ਭੈ ਲੈਣਾ। ਗੱਲ ਸਪਸ਼ਟ ਕਹਿਣੀ ਹੈ ਕਿਉਂਕਿ ਸੱਚਖੰਡ ਤੱਕ ਪਹੁੰਚਣਾ। ਕੋਲੋਂ ਹੀ ਬਣਾ ਕੇ ਗੱਲ ਨਹੀਂ ਕਹਿਣੀ, ਕਿਉਂਕਿ ਕੋਲੋਂ ਬਣਾਈਆਂ ਹੋਈਆਂ ਗੱਲਾਂ ਜਿੰਨਾ ਚਿਰ ਸਰੀਰ ਆ ਉਨਾ ਚਿਰ ਤਾਂ ਚਲੋ ਕੋਈ ਪੁੱਛਦਾ ਨਹੀਂ, ਜਦੋਂ ਸਰੀਰ ਛੁੱਟ ਜਾਂਦਾ ਫਿਰ ਬਾਅਦ 'ਚ ਕਿਵੇਂ ਪੂਰੀਆਂ ਹੋਣਗੀਆਂ। ਕਈ ਵਾਰੀ ਇਹ ਗੱਲਾਂ ਸਾਡੇ ਵੀ ਪ੍ਰਚਲਿਤ ਹੁੰਦੀਆਂ ਨੇ ਵੀ ਫਲਾਨਿਆਂ ਨੇ ਵਚਨ ਕੀਤਾ ਉਹ ਪੂਰਾ ਹੋ ਗਿਆ, ਹੋ ਜਾਂਦਾ ਹੈ, ਕੋਈ ਵੱਡੀ ਗੱਲ ਨਹੀਂ ਹੈ, ਪਰ ਉਹ ਮਾਇਆ 'ਚ ਹੀ ਹੋਇਆ। ਇਹ ਵੱਡੀ ਗੱਲ ਹੈ ਕਿ ਉਹਨਾਂ ਦਾ ਵਚਨ ਮਾਇਆ ਤੋਂ ਬਾਹਰ ਨਹੀਂ ਪੂਰਾ ਹੋਇਆ, ਸਿਰਫ ਮਾਇਆ 'ਚ ਹੋਇਆ। ਮਾਇਆ ਦਾ ਉਹਨਾਂ ਨੂੰ ਗਿਆਨ ਹੈ ਵੀ ਆਹ ਚੀਜ਼ ਇੰਨੇ ਸਮੇਂ ਬਾਅਦ ਮਿਲੀ ਜਾਂਦੀ ਹੈ। ਜੇ ਬੰਦੇ ਨੇ ਗਲਤੀ ਹੋਵੇ ਉਹਨੂੰ ਪਹਿਲਾਂ ਉਨੇ ਸਮੇਂ ਬਾਅਦ ਉਹਦੀ ਗਲਤੀ ਦੀ ਸਜ਼ਾ ਵੀ ਮਿਲੀ ਜਾਂਦੀ। ਪਰ ਅਸਲੀ ਦਾਤ ਹੈ ਜਿਹੜੀ, ਅਸਲੀ ਬਚਨ ਹੈ ਜਿਹੜਾ, ਉਹ ਹੈ ਹੁਕਮ ਦੀ ਪ੍ਰਾਪਤੀ ਹੋ ਜਾਣੀ। ਪਾਤਸ਼ਾਹ ਨੇ ਗੁਰਬਾਣੀ 'ਚ ਬਚਨ ਲਿਖਿਆ, ਜੇ ਕੋ ਬਚਨ ਕਮਾਵੈ ਸੰਤਨ ਕਾ। ਜੇ ਕੋਈ ਸੰਤਨ ਦਾ ਬਚਨ ਕਮਾ ਲਵੇ, ਸੰਤਨ ਹੈ ਸੱਚਖੰਡ, ਗੁਰਬਾਣੀ ਹੈ ਬਚਨ, ਇਹਦੀ ਕੋਈ ਕਮਾਈ ਕਰ ਲਵੇ। ਕਮਾਈ ਲਿਖਿਆ, ਪੜ੍ਹਨ ਵਾਸਤੇ ਨਹੀਂ ਕਿਹਾ, ਲਿਖਣ ਵਾਸਤੇ ਨਹੀਂ ਕਿਹਾ, ਦੂਜੇ ਨੂੰ ਪੜ੍ਹਨ ਵਾਸਤੇ ਆਰਡਰ ਨਹੀਂ ਦਿੱਤਾ, ਦੂਜੇ ਨੂੰ ਲਿਖਣ ਵਾਸਤੇ ਆਰਡਰ ਨਹੀਂ ਦਿੱਤਾ, ਕਮਾਉਣ ਵਾਸਤੇ ਆਰਡਰ ਦਿੱਤਾ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਅੱਗੇ ਬਚਨ ਆਉਂਦਾ, ਕਹਿੰਦੇ ਉਸ ਬਚਨ ਦੀ ਕਮਾਈ ਚੋਂ ਗਿਆਨ ਪ੍ਰਾਪਤ ਹੋਣਾ। ਬਚਨ ਨੇ ਨਹੀਂ ਤਾਰਨਾ, ਬਚਨ ਦੀ ਕਮਾਈ ਨੇ ਤਾਰਨਾ। ਇੱਕ ਬੰਦਾ ਦਿਹਾੜੀ ਕਰਦਾ, ਉਹਨੂੰ ਦਿਹਾੜੀ ਨਹੀਂ ਤਾਰਦੀ, ਉਹਨੂੰ ਦਿਹਾੜੀ ਕਰਕੇ ਰੋਟੀ ਨਹੀਂ ਮਿਲਦੀ। ਦਿਹਾੜੀ ਕਰਕੇ ਜਿਹੜੀ ਉਹਨੇ ਕਮਾਈ ਕੀਤੀ, ਪੈਸੇ ਮਿਲੇ, ਪੈਸਿਆਂ 'ਚ ਰੋਟੀ ਕਮਾਉਣੀ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਬਚਨ ਨੂੰ ਕਮਾਉਣਾ ਪੈਂਦਾ। ਜੋ ਗੁਰਬਾਣੀ ਕਹਿ ਰਹੀ ਹੈ ਉਹਨੂੰ ਮੰਨਣਾ ਹੈ। ਉਹਨੂੰ ਮੰਨਣ ਤੋਂ ਬਾਅਦ ਜਿਹੜੀ ਤਾਕਤ ਮਿਲਣੀ ਹੈ ਉਹ ਹੈ ਗੁਰ ਪ੍ਰਸਾਦੀ। ਉਹਦੇ ਨਾਲ ਜਿਹੜਾ ਗੁਰ ਮਿਲਣਾ, ਉਹ ਗੁਰ ਦੇ ਨਾਲ ਪਰਸ ਹੋਣਾ ਆਪਣੇ ਆਦਿ ਸਰੂਪ ਨੂੰ। ਆਪਣੇ ਆਪ ਦੀ ਜਾਣਕਾਰੀ ਉਦੋਂ ਹੋਣੀ ਹੈ ਤਾਂ ਸ਼ਾਂਤੀ ਹੁੰਦੀ ਹੈ। ਬੰਦਾ ਦਿਹਾੜੀ ਕਰਦਾ ਪੂਰੀ 8, 10, 12 ਘੰਟੇ, ਉਦੋਂ ਉਹਨੂੰ ਸੁੱਖ ਮਿਲਦਾ ਜਦੋਂ ਉਹਦੇ ਹੱਥ 'ਚ 4 ਪੈਸੇ ਆਉਂਦੇ। ਜੇ ਪੈਸੇ ਨਾ ਦਿੱਤੇ, ਦਿਹਾੜੀ ਵੀ ਕੀਤੀ, ਝਗੜਾ ਪੈ ਜਾਵੇ, ਅੱਧੇ ਦਵੇ, ਇਹ ਤਾਂ ਸਗੋਂ ਦਿਹਾੜੀ ਕਰਕੇ ਸਰੀਰ ਜ਼ਿਆਦਾ ਘੱਟ ਟੁੱਟਿਆ ਹੁੰਦਾ, ਅੱਧੇ ਪੈਸੇ ਦਵੇ ਤਾਂ ਜ਼ਿਆਦਾ ਤਕਲੀਫ ਮੰਨਦਾ।
ਇਸੇ ਤਰ੍ਹਾਂ ਬ੍ਰਹਮ ਦੇ ਵਿੱਚ ਵੀ ਆ ਵੀ ਜੇ ਇੱਧਰ ਨੂੰ ਵੀ ਪੂਰੀ ਦਿਹਾੜੀ ਲਾ ਕੇ ਮਿਹਨਤ ਮੁਸ਼ੱਕਤ ਕੀਤੀ ਹੈ, ਜੇ ਨਾਮ ਨਾ ਮਿਲੇ, ਜੇ ਉਹ ਸੋਝੀ ਨਾ ਹੀ ਆਏ, ਸਾਰੀ ਜ਼ਿੰਦਗੀ ਆਈ ਲੰਘੀ ਪਾਠ ਕਰਦਿਆਂ ਦੀ, ਗੁਰਬਾਣੀ ਪੜ੍ਹਦਿਆਂ ਦੀ, ਸ਼ਾਂਤੀ ਆਈ ਹੋਈ ਨਾ, ਹੁਕਮ ਮਿਲੇ ਹੀ ਨਾ, ਬੇਪਰਵਾਹੀ ਆਈ ਹੋਈ ਨਾ, ਨਿਰਭੈਤਾ ਆਈ ਹੋਈ ਨਾ, ਨਿਰਵੈਰਤਾ ਆਈ ਹੋਈ ਨਾ, ਫਿਰ ਤਾਂ ਜੀਵਨ ਗਿਆ। ਫਿਰ ਕੀ ਤੋਂ ਮੰਗਾਂਗੇ ਜਾ ਕੇ? ਫਿਰ ਕੋਈ ਦੇਣ ਵਾਲਾ ਤਾਂ ਹੈ ਨਹੀਂ, ਫਿਰ ਤਾਂ ਜੀਵਨ ਇਹ ਮੇਰੇ ਮਨਾ ਖਤਮ। ਸੋ ਗੁਰਬਾਣੀ ਹਰ ਇੱਕ ਗੱਲ ਨੂੰ ਸਮਝਾਉਂਦੀ ਹੈ। ਇਹ ਜਿਹੜੀਆਂ ਭਵਿੱਖਬਾਣੀਆਂ ਵੀ ਕੀਤੀਆਂ ਜਾਂਦੀਆਂ ਨੇ, ਸਿਰਫ ਮਾਇਆ ਦੀਆਂ ਹੀ ਕੀਤੀਆਂ ਜਾਂਦੀਆਂ ਨੇ। ਬ੍ਰਹਮ ਦੀ ਕੋਈ ਭਵਿੱਖਬਾਣੀ ਕਰਕੇ ਦਿਖਾਵੇ ਕਿ ਫਲਾਨੀ ਆਤਮਾ ਨੂੰ ਨਾਮ ਮਿਲਿਆ ਹੋਇਆ, ਕੋਈ ਇਹ ਗੱਲ ਦੱਸੇ, ਫਿਰ ਤਾਂ ਅਸੀਂ ਵੀ ਮੰਨਾਂਗੇ ਵੀ ਵਾਕਈ ਭਵਿੱਖਬਾਣੀ ਸਹੀ ਹੈ। ਤੇ ਜੇ ਕੋਈ ਇਹ ਗੱਲ ਵੀ ਤੁਸੀਂ ਦੱਸੋ ਤਾਂ ਅਸੀਂ ਉਹਨੂੰ ਸਬੂਤ ਦਿੰਦੇ, ਅਸੀਂ ਦੱਸਦੇ ਹਾਂ। ਗੁਰੂ ਨਾਨਕ ਸਾਹਿਬ ਨੇ ਦੱਸਤਾ ਸੀ ਦੂਜੇ ਪਾਤਸ਼ਾਹ ਦੇ ਹਿਰਦੇ 'ਚ ਨਾਮ ਪ੍ਰਗਟ ਹੋ ਗਿਆ, ਇਹ ਹੈ ਭਵਿੱਖਬਾਣੀ। ਉਹਨਾਂ ਨੇ ਮਾਇਆ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਵੀ ਫਲਾਣੇ ਦਿਨ ਭੁਚਾਲ ਆਊਗਾ, ਫਲਾਣੇ ਦਿਨ ਮੀਂਹ ਪਊਗਾ, ਫਲਾਣੇ ਦਿਨ ਆਊ, ਕਿਤੇ ਵੀ ਨਹੀਂ ਲਿਖਿਆ। ਉਹਨਾਂ ਨੇ ਇਹ ਗੱਲ ਆਖੀ ਜਦੋਂ ਦੂਜੇ ਪਾਤਸ਼ਾਹ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੋ ਗਿਆ, ਸੰਗਤ 'ਚ ਉਹਨਾਂ ਨੇ ਸਿੱਧਾ ਐਲਾਨ ਨਹੀਂ ਆਖਿਆ, ਕਹਿੰਦੇ ਇਹਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੈ, ਇਹਦੇ 'ਚ ਸਾਡੇ 'ਚ ਕੋਈ ਫਰਕ ਨਹੀਂ ਹੈ। ਪਹਿਲਾਂ ਨਹੀਂ ਕਹਿਤਾ, ਪਹਿਲਾਂ ਵੀ ਤਾਂ ਦੁਨੀਆ 'ਚ ਵਿਚਰ ਹੀ ਨੇ ਗੁਰੂ ਨਾਨਕ ਸਾਹਿਬ। 62-63 ਸਾਲ ਦੀ ਉਮਰ ਦੇ ਵਿੱਚ ਜਾ ਕੇ ਦੂਜੇ ਪਾਤਸ਼ਾਹ ਮਿਲਦੇ ਆ। 70 ਸਾਲ ਦੀ ਉਮਰ ਦੇ ਵਿੱਚ ਸੀ ਜਦੋਂ ਗੁਰੂ ਨਾਨਕ ਸਾਹਿਬ, ਜਦੋਂ ਉਹਨਾਂ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੁੰਦਾ ਦੂਸਰੇ ਪਾਤਸ਼ਾਹ ਦੇ। ਇੱਕ ਸੁਰ ਹੋ ਗਈ, ਜੋਤੀ ਜੋਤ ਰਲੀ, ਆਤਮਾ ਪ੍ਰਾਤਮਾ ਦਾ ਮਿਲਾਪ ਹੋਇਆ। ਦੂਜੇ ਪਾਤਸ਼ਾਹ ਕਹਿੰਦੇ ਆਪ ਆਪਣੇ ਸ਼ਲੋਕਾਂ ਦੇ ਅੰਦਰ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਈ ਐ ਸੋਇਆ। ਕਹਿੰਦੇ ਜਿਹੜਾ ਆਪਣੀ ਅੰਤਰਾਤਮਾ ਨੂੰ ਮਿਲ ਗਿਆ ਉਹੀ ਮਿਲਿਆ ਹੋਇਆ, ਬਾਹਰੋਂ ਮਿਲਾਪ ਮਲੂਪ ਕੁਛ ਨਹੀਂ ਹੁੰਦਾ। ਹਰ ਇੱਕ ਭੇਦ ਨੂੰ ਇਹ ਮੇਰੇ ਮਨਾ ਗੁਰਬਾਣੀ ਨੇ ਬਹੁਤ ਬਰੀਕੀ ਦੇ ਨਾਲ ਸਮਝਾਇਆ ਕਿ ਕੇਤੀ ਦਾਤ ਜਾਣੇ ਕੌਣ ਕੂਤ। ਸਭ ਤੋਂ ਵੱਡੀ ਭਵਿੱਖਬਾਣੀ ਪਰਮੇਸ਼ਰ ਦੀ ਹੈ, ਉਦੋਂ ਵੱਡੀ ਕੋਈ ਭਵਿੱਖਬਾਣੀ ਨਹੀਂ ਹੈ। ਐਵੇਂ ਛੋਟੀਆਂ ਛੋਟੀਆਂ ਗੱਲਾਂ ਦੇ ਭਵਿੱਖਬਾਣੀਆਂ ਦੇ ਉੱਪਰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਪਰ ਅਸੀਂ ਹੋ ਜਾਂਦੇ ਹਾਂ ਕਿਉਂਕਿ ਸਾਡਾ ਮਾਨਸਿਕਤਾ ਹੀ ਉਨੀਕ ਹੈ। ਅਸੀਂ ਉਨੀਆਂ ਕੀ ਗੱਲਾਂ 'ਚ ਖੁਸ਼ ਹੋ ਜਾਂਦੇ ਹਾਂ। ਠੀਕ ਹੈ, ਖੁਸ਼ ਉਨੀਆਂ ਗੱਲਾਂ 'ਚ ਵੀ ਹੋਵੋ, ਪਰ ਉਸ ਤੋਂ ਅੱਗੇ ਵੀ ਵਧੋ। ਅਗਾਂਹ ਕੋ ਤਰਾਂਗ ਹੈ। ਸੋ ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੇ ਸ਼ਬਦ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।